ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਗੁਰਸਿੱਖਾਂ ਨੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭੇਦ ਦਿੱਤਾ ਹੈ। ਸਾਰਾ ਜਿਹੜਾ ਭੇਦ ਉਹ ਸਾਡੇ ਮਨ ਨੂੰ ਦਿੱਤਾ ਜਾਂਦਾ। ਸਾਰਾ ਜਿਹੜਾ ਗਿਆਨ ਉਹ ਆਪਣੇ ਮਨ ਨੂੰ ਦਿੱਤਾ ਜਾਂਦਾ, ਉਪਦੇਸ਼ ਮਨ ਨੂੰ ਦਿੱਤਾ ਜਾਂਦਾ। ਤੇ ਸਾਰੀਆਂ ਅਵਸਥਾਵਾਂ ਵੀ ਇਹ ਸਾਡੇ ਮਨ ਦੀਆਂ ਹੀ ਬਣਦੀਆਂ। ਗੁਰਬਾਣੀ ਗੁਰੂ ਵਿੱਚ ਫਿਰ ਕਿਸੇ ਦਾ ਖੰਡਨ ਨਹੀਂ ਕੀਤਾ, ਕਿਸੇ ਦੀ ਵਿਰੋਧਤਾ ਨਹੀਂ ਕੀਤੀ, ਸਿਰਫ ਸਤਿਗੁਰਾਂ ਨੇ ਉਹ ਸੋਝੀ ਦਿੱਤੀ ਵੀ ਜੀਵਾਂ ਨੇ ਜਿਹੜੇ ਵੱਖੋ ਵੱਖਰੇ ਆਪਣੇ ਨਾਂ ਰੱਖੇ ਨੇ। ਜਿਵੇਂ ਕੋਈ ਜੀਵ ਕਹਿੰਦੇ ਆਪਣੇ ਆਪ ਨੂੰ ਵੀ ਅਸੀਂ ਜੋਗੀ ਹਾਂ, ਤੇ ਮਹਾਰਾਜ ਕਹਿੰਦੇ ਵੀ ਜੋਗੀ ਕਿੱਦਾਂ ਦਾ ਹੋਣਾ ਚਾਹੀਦਾ। ਉਹ ਫਿਰ ਜੋਗੀ ਨੂੰ ਭੇਦ ਦਿੱਤਾ। ਕਿਸੇ ਜੀਵ ਨੇ ਆਖਿਆ ਵੀ ਅਸੀਂ ਪੰਡਤ, ਤੇ ਮਹਾਰਾਜ ਨੇ ਫਿਰ ਆਖਿਆ ਵੀ ਪੰਡਤ ਕਿੱਦਾਂ ਦਾ ਹੋਣਾ ਚਾਹੀਦਾ। ਕਿਹਨੂੰ ਪੰਡਤ ਕਹਿੰਦੇ? ਪੰਡਤ ਦੀ ਕੋਈ ਵਿਰੋਧਤਾ ਨਹੀਂ, ਸਿਰਫ ਸਾਨੂੰ ਗਿਆਨ ਦਿੱਤਾ ਵੀ ਪੰਡਤ ਇਸ ਨੂੰ ਕਹਿੰਦੇ, ਇੱਦਾਂ ਦਾ ਪੰਡਤ ਹੋਣਾ ਚਾਹੀਦਾ। ਫਿਰ ਕਈ ਜੀਵ ਕਹਿੰਦੇ ਵੀ ਅਸੀਂ ਗਿਆਨੀ ਹਾਂ, ਤੇ ਉਹਨਾਂ ਨੇ ਸਾਨੂੰ ਫਿਰ ਇਹ ਭੇਜ ਦਿੱਤਾ ਵੀ ਗਿਆਨੀ ਕਿਹੋ ਜਿਹਾ ਹੋਣਾ ਚਾਹੀਦਾ, ਕਿੱਦਾਂ ਦਾ ਗਿਆਨੀ ਹੋਣਾ ਚਾਹੀਦਾ। ਗਿਆਨੀ ਦੀ ਸਾਰਾ ਫਿਰ ਇਹ ਸਾਡੇ ਮਨ ਦਾ ਹੀ ਭੇਦ ਦਿੱਤਾ, ਤੇ ਇਹ ਸਾਰੀਆਂ ਅਵਸਥਾਵਾਂ ਮਨ ਦੀਆਂ ਦੱਸੀਆਂ। ਸੋ ਆਓ ਹੁਣ ਜੋ ਆਪਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਸਾਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਦੇ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਆਪਾਂ ਇਹ ਵਿਚਾਰ ਕਰਦੇ ਹਾਂ। ਕੱਲ੍ਹ ਆਪਾਂ 9ਵੀਂ ਅਸ਼ਟਪਦੀ ਤੇ ਵਿਚਾਰ ਕਰ ਰਹੇ ਸੀ
ਤਿੰਨਾਂ ਪਦਿਆਂ ਤੱਕ ਆਪਾਂ ਵਿਚਾਰ ਕੀਤੀ ਸੀ। ਚੌਥੇ ਪਦੇ ਵਿੱਚ ਹੁਣ ਗੁਰੂ ਅਰਜਨ ਦੇਵ ਜੀ ਆਪਾਂ ਨੂੰ ਭੇਦ ਦੇ ਰਹੇ ਪੰਡਤ ਦਾ। ਇਹ ਪੰਡਤ ਹੈ ਜੋ ਉਹਦੀ ਕੀ ਅਵਸਥਾ ਹੈ ਤੇ ਪੰਡਤ ਕਿੱਦਾਂ ਦਾ ਹੋਣਾ ਚਾਹੀਦਾ। ਮਾਰੇ ਫਰਮਾਉਂਦੇ ਸੋ ਪੰਡਤ ਜੋ ਮਨ ਪਰ ਬੋਧੇ ਰਾਮ ਨਾਮ ਆਤਮ ਮੈਂ ਸੋਧੇ। ਮਾਰੇ ਕਹਿੰਦੇ ਵੀ ਉਹ ਪੰਡਤ ਹੈ ਜਿਹੜਾ ਆਪਣੇ ਮਨ ਨੂੰ ਖੋਜਦਾ ਹੈ, ਜਿਹੜਾ ਆਪਣੇ ਮਨ ਦੀ ਖੋਜ ਕਰਦਾ, ਜਿਹਦਾ ਮਨ ਜਾਗਦਾ ਉਹਨੂੰ ਕਹਿੰਦੇ ਪੰਡਤ। ਤੇ ਉਹ ਫਿਰ ਆਪਣੇ ਮਨ ਦੇ ਵਿੱਚ ਨਾਮ ਨੂੰ ਵਸਾਉਂਦਾ, ਨਾਮ ਦੀ ਖੋਜ ਕਰਦਾ। ਇਸ ਵਾਸਤੇ ਫਿਰ ਮਾਰੇ ਕਹਿੰਦੇ ਵੀ ਪੰਡਤ ਉਹ ਹੈ ਜਿਹਨੂੰ ਇਹ ਮਨ ਦਾ ਗਿਆਨ ਹੈ, ਜਿਹਨੇ ਮਨ ਦੀ ਪੱਤਰੀ ਵਾਚੀ ਹੈ, ਵੀ ਜਿਹਨੂੰ ਇਹ ਭੇਦ ਹੈ ਸਾਰਾ ਵੀ ਮਨ ਦਾ ਜਨਮ ਕਿੱਥੋਂ ਹੋਇਆ, ਜਨਮ ਤੋਂ ਬਾਅਦ ਮਨ ਨੂੰ ਕੀ ਸਮਝਾਇਆ ਗਿਆ, ਕੀ ਭੇਦ ਦੇ ਕੇ ਇਸ ਸੰਸਾਰ 'ਚ ਭੇਜਿਆ ਗਿਆ। ਫਿਰ ਮਾਰੇ ਕਹਿੰਦੇ ਪੰਡਤ ਉਹ ਹੈ ਜਿਹੜਾ ਫਿਰ ਮਨ ਦੀ ਪੱਤਰੀ ਵਾਚਦਾ। ਜਿਵੇਂ ਇੱਕ ਆਪਾਂ ਸੰਸਾਰ 'ਚ ਦੇਖਦੇ ਹਾਂ ਬਈ ਜਿਨ੍ਹਾਂ ਨੂੰ ਸੰਸਾਰ ਵਿੱਚ ਪੰਡਤ ਆਖਿਆ ਜਾਂਦਾ, ਕੋਈ ਉਹ ਪੱਤਰੀ ਖੋਲ ਕੇ ਉਹ ਤਨ ਦੀ ਪੱਤਰੀ ਵਾਚਦੀ। ਉਹ ਵੀ ਇੱਕ ਵਿਦਿਆ ਹੈ ਸੰਸਾਰ ਦੀ। ਉਹ ਸਾਨੂੰ ਫਿਰ ਉਹ ਗ੍ਰਹਿਆਂ ਦੇ ਮੁਤਾਬਕ ਉਹ ਦੱਸਦੇ ਵੀ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਹੋਏਗਾ। ਉਹਨੂੰ ਤਨ ਦੀ ਪੱਤਰੀ ਕਹਿੰਦੇ। ਤੇ ਅਸਲ ਪੰਡਤ ਉਹ ਹੈ ਗੁਰਮਤਿ 'ਚ ਦੱਸਿਆ ਵੀ ਜਿਹੜਾ ਮਨ ਦੀ ਪੱਤਰੀ ਵਾਚਦਾ, ਜਿਹੜਾ ਮਨ ਦੀ ਖੋਜ ਕਰਦਾ। ਜਿਸ ਨੂੰ ਮਾਰੇ ਕਹਿੰਦੇ ਜੰਮੇ ਜੀਓ ਜਾਣੇ ਥਾਓ ਸੁਰਤਾ ਪੰਡਤ ਤਾਂ ਕਾ ਨਾਉ। ਵੀ ਜਿਹਨੂੰ ਇਹ ਪਤਾ ਹੈ ਵੀ ਮਨ ਦਾ ਜਨਮ ਕਿੱਥੋਂ ਹੋਇਆ। ਜਿਵੇਂ ਹੁਣ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਵੀ ਸਾਡਾ ਜਿਹੜਾ ਮਨ ਹੈ ਇਹ ਮਨ ਦਾ ਜਨਮ ਪੰਜਾਂ ਤੱਤਾਂ ਤੋਂ ਕਰਾਇਆ ਜਾਂਦਾ। ਸੂਖਮ ਪੰਜ ਤੱਤ ਜਿਹੜੇ ਪ੍ਰਕਾਸ਼ ਰੂਪ, ਉਹਨਾਂ ਨੂੰ ਜਦੋਂ ਇਕੱਠਿਆਂ ਕੀਤਾ ਜਾਂਦਾ ਉਥੋਂ ਫਿਰ ਇੱਕ ਜੋਤ ਪ੍ਰਗਟ ਹੁੰਦੀ, ਲਾਈਟ, ਤੇ ਉਸ ਜੋਤ ਦਾ ਨਾਮ ਮਨ ਰੱਖਿਆ ਗਿਆ। ਜਿਸ ਨੂੰ ਮਾਰੇ ਫਰਮਾਉਂਦੇ ਇਹ ਮਨ ਕਰਮ, ਇਹ ਮਨ ਧਰਮ, ਇਹ ਮਨ ਪੰਜ ਤੱਤ ਤੇ ਜਨਮ, ਸਾਗਤ ਲੋਭੀ ਇਹੋ ਮਨ ਮੂੜਾ, ਗੁਰਮੁਖ ਨਾਮ ਜਪੀਏ ਮਨ ਰੂੜਾ। ਮਾਰੇ ਕਹਿੰਦੇ ਵੀ ਇਹ ਸਾਡੇ ਮਨ ਦਾ ਜਨਮ ਪੰਜਾਂ ਤੱਤਾਂ ਤੋਂ ਹੋਇਆ ਜੋ ਸੂਖਮ ਪ੍ਰਕਾਸ਼ ਰੂਪ ਨੇ। ਫਿਰ ਮਨ ਨੂੰ ਇਹ ਗਿਆਨ ਇੰਦਰੀਆਂ, ਕਰਮ ਇੰਦਰੀਆਂ ਵੱਖਰੀਆਂ ਦੇ ਕੇ ਫਿਰ ਇਹ ਸਰੀਰ ਦੇ ਨਾਲ ਜੋੜਿਆ ਜਾਂਦਾ। ਜਿਸ ਨੂੰ ਮਾਰੇ ਕਹਿੰਦੇ ਪੰਜ ਤੱਤ ਸੁਨੋ ਪ੍ਰਗਾਸਾ, ਦੇਹ ਸੰਜੋਗੀ ਕਰਮ ਅਭਿਆਸਾ। ਬਈ ਜਿਹਨੇ ਫਿਰ ਇਹ ਮਨ ਦੀ ਪੱਤਰੀ ਨੂੰ ਵਾਚਿਆ, ਜਿਹਨੂੰ ਇਹ ਮਨ ਦਾ ਗਿਆਨ ਹੈ, ਮਨ ਦੀ ਸੋਝੀ ਹੈ, ਉਸ ਨੂੰ ਫਿਰ ਮਾਰੇ ਕਹਿੰਦੇ ਵੀ ਇਹ ਪੰਡਤ ਹੈ, ਇਹਨੂੰ ਗਿਆਨ ਹੈ, ਇਹਨੂੰ ਸਾਰਾ ਮਨ ਦਾ ਭੇਦ ਹੈ। ਇਸ ਲਈ ਫਿਰ ਸਾਨੂੰ ਸਾਰਿਆਂ ਨੂੰ ਕਹਿੰਦੇ ਵੀ ਇਹ ਮਨ ਦੀ ਖੋਜ ਕਰੋ। ਬਈ ਜਦੋਂ ਇਹ ਤੁਸੀਂ ਤਨ ਨੂੰ, ਸਰੀਰ ਨੂੰ ਛੱਡਦੇ ਹੋ ਤੇ ਮਨ ਕਿੱਥੇ ਜਾਂਦਾ, ਕਿੱਥੇ ਜਾ ਕੇ ਮਨ ਸਮਾਉਂਦਾ ਹੈ। ਮਾਰੇ ਕਹਿੰਦੇ ਇਸ ਮਨ ਕੋ ਕੋਈ ਖੋਜੋ ਭਾਈ, ਤਨ ਛੂਟੇ ਮਨ ਕਹਾਂ ਸਮਾਈ। ਬਈ ਇਹ ਜਦੋਂ ਤਨ ਨੂੰ ਛੱਡਦਾ ਮਨ ਕਿੱਥੇ ਜਾ ਕੇ ਸਮਾਉਂਦਾ, ਕਿੱਥੇ ਜਾਂਦਾ ਮਨ। ਜਿਵੇਂ ਹੁਣ ਰੋਜ਼ ਆਪਾਂ ਇਹ ਤਨ ਨੂੰ ਛੱਡ ਜਾਂਦੇ, ਜਦੋਂ ਆਪਾਂ ਸੌਂ ਜਾਂਦੇ ਹਾਂ ਇਹ ਸਰੀਰ ਨੂੰ, ਤਨ ਨੂੰ ਛੱਡ ਜਾਂਦੇ ਹਾਂ ਤੇ ਆਪਾਂ ਕਿੱਥੇ ਜਾਂਦੇ ਹਾਂ। ਮਨ ਹੈ ਜਿਹੜਾ ਉਹ ਕਿੱਥੇ ਜਾਂਦਾ, ਕਿੱਥੇ ਜਾ ਕੇ ਸਮਾਉਂਦਾ। ਜਿਹਨੂੰ ਫਿਰ ਇਹ ਸਾਰਾ ਭੇਦ, ਸਾਰਾ ਗਿਆਨ, ਉਹਨੂੰ ਕਹਿੰਦੇ ਵੀ ਇਹ ਪੰਡਤ ਹੈ। ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਇੱਦਾਂ ਦਾ ਪੰਡਤ ਹੋਣਾ ਚਾਹੀਦਾ ਹੈ। ਫੇਰ ਮਹਾਰਾਜ ਸੱਚੇ ਪਾਤਸ਼ਾਹ
फरमाउंदे राम नाम सार रस पीवे, उस पंडित के उपदेश जग जीवे। भी वो जिहड़ा पंडित है फिर नाम दे नाल जुड़ के नाम च समा के अंदरों अमृत रस पींदा, मन की जो खुराक है। जिसनूं महाराज फरमाउंदे मन का तोसा हर नाम है हिरदे रखो संभाल, इहो खर्च फट है गुरमुख निभे नाल। कि जो मन का तोसा हर रस ब्रह्म रस अमृत रस वो पंडित वो पींदा, ते उस पंडित दे फिर उपदेश दे नाल ये सारा जिहड़ा संसार वो संसार तर सकदा, वो फिर सारिਆਂ ਨੂੰ उपदेश दिंदा साझा। बई ਉਹਦਾ ਕਿਸੇ ਨਾਲ कोई वितकरा नहीं रहिंदा, ਉਹਦਾ ਜਿਹੜਾ संबंध ਉਹ ਸਿੱਧਾ मन ਦੇ ਨਾਲ, ਤੇ मन ਸਾਰਿਆਂ ਦੇ ਇੱਕੋ ਹੀ ਨੇ। ਸਾਰਿਆਂ ਦੇ मन ਨੇ ਜਿਹੜੇ ਉਹ ਜੋਤ ਸਰੂਪ प्रकाश रूप ने। इस वास्ते फिर महाराज कहते भी ਉਹਦਾ ਦਿੱਤਾ ਹੋਇਆ उपदेश वो सारिਆਂ ਨੂੰ ਸਾਂਝਾ। जिस नूं महाराज कहते परथाए साखी महापुरख बोलदे सांझी सगल जहाने। भी जो ऐसे महापुरख ऐसा पंडित वो जो उपदेश करदा वो सारिਆਂ ਨੂੰ ਸਾਂਝਾ, सारिਆਂ ਦੇ ਮਨਾਂ वास्ते, वो किसी एक ਲਈ नहीं किसी खास ਲਈ नहीं। इस वास्ते फिर महाराज कहते बई ਉਹਦੇ उपदेश ਦੇ ਨਾਲ ਇਹ ਸਾਨੂੰ ਜਗਤ ਦੇ ਵਿੱਚ ਫਿਰ ਜਿਉਣਾ ਆ ਜਾਂਦਾ, ਸਾਨੂੰ ਜਿਉਣ ਦੀ ਜੁਗਤੀ ਜਿਉਣ ਦਾ ਢੰਗ ਆ ਜਾਂਦਾ ਹੈ। ਸਾਡੇ ਅੰਦਰ ਜੋ ਵੈਰ ਵਿਰੋਧ ਹੁੰਦਾ ਅਸੀਂ ਇੱਕ ਦੂਸਰੇ ਨਾਲ ਕਰਦੇ, ਅਸੀਂ ਵੰਡੇ ਹੋਏ ਧੜਿਆਂ 'ਚ ਜਾਤਾਂ ਪਾਤਾਂ ਦੇ ਵਿੱਚ, ਅਸੀਂ ਵੰਡੇ ਹੋਏ ਵੱਖੋ ਵੱਖਰੇ ਧਰਮਾਂ ਦੇ ਵਿੱਚ, ਵੱਖੋ ਵੱਖਰੇ ਫਿਰਕਿਆਂ ਦੇ ਵਿੱਚ। ਉਹ ਪੰਡਿਤ ਫਿਰ ਜਦੋਂ ਉਪਦੇਸ਼ ਕਰਦਾ ਉਹ ਕਿਸੇ ਇੱਕ ਫਿਰਕੇ ਲਈ ਨਹੀਂ, ਜਾਂ ਇੱਕ ਧਰਮ ਲਈ ਨਹੀਂ, ਜਾਂ ਕਿਸੇ ਖਾਸ ਜਾਤ ਲਈ ਨਹੀਂ, ਉਹ ਸਾਰਿਆਂ ਲਈ ਸਾਂਝਾ। ਫਿਰ ਮਹਾਰਾਜ ਦੱਸਦੇ ਹਰ ਕੀ ਕਥਾ ਹਿਰਦੇ ਵਸਾਵੇ, ਸੋ ਪੰਡਿਤ ਫਿਰ ਜੂਨ ਨਾ ਆਵੇ। ਵੀ ਉਹ ਪੰਡਿਤ ਉਹ ਗੁਰਮੁਖ ਫਿਰ ਕਦੇ ਜੂਨ ਦੇ ਵਿੱਚ ਵਾਪਸ ਦੁਬਾਰਾ ਨਹੀਂ ਆਉਂਦਾ। ਉਹ ਜੋ ਹਰੀ ਦੀ ਕਥਾ ਪਰਮਾਤਮਾ ਦੀ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ। ਹਰੀ ਦੀ ਕਥਾ ਕੀ ਹੈ? ਪਰਮਾਤਮਾ ਦੀ ਅਨਹਦ ਬਾਣੀ। ਜੋ ਸਾਡੇ ਅੰਦਰ ਇਹ ਅਨਹਦ ਬਾਣੀ ਚੱਲਦੀ, ਅਨਹਦ ਸ਼ਬਦ ਚੱਲਦੇ, ਮਾਲਕ ਬੋਲ ਰਿਹਾ, ਇਸ ਨੂੰ ਕਹਿੰਦੇ ਹਰੀ ਦੀ ਕਥਾ, ਪਰਮਾਤਮਾ ਦੀ ਕਥਾ। ਮਾਰੇ ਫਰਮਾਉਂਦੇ ਹਰ ਕੀ ਕਥਾ ਅਨਾਹਦ ਬਾਣੀ, ਕਿ ਹਰੀ ਦੀ ਕਥਾ ਕੀ ਜਿਹਨੂੰ ਅਸੀਂ ਮਨ 'ਚ ਵਸਾਉਣਾ, ਜਿਹਨੂੰ ਅਸੀਂ ਹਿਰਦੇ 'ਚ ਵਸਾਉਣਾ, ਸਾਨੂੰ ਕਹਿ ਰਹੇ ਵੀ ਆਪਣੇ ਮਨ 'ਚ ਵਸਾਓ, ਉਹ ਹਰੀ ਦੀ ਕਥਾ ਹੈ ਅਨਹਦ ਬਾਣੀ। ਜੋ ਸਾਡੇ ਅੰਦਰ ਚੱਲ ਰਹੀ, ਜੋ ਸਾਡੇ ਅੰਦਰ ਗੁਪਤ ਹੈ, ਜਿਹਨੂੰ ਸੱਚੀ ਬਾਣੀ ਆਖਿਆ, ਅਨਹਦ ਬਾਣੀ ਆਖਿਆ, ਨਾਮ ਆਖਿਆ। ਜਿਸ ਵਰਤਾਏ ਮਾਰੇ ਫਰਮਾਉਂਦੇ ਗੁਪਤੀ ਬਾਣੀ ਪ੍ਰਗਟ ਹੋਈ, ਨਾਨਕ ਪਰਖ ਲਈ ਸੱਚ ਸੋਈ। ਇਹ ਜੋ ਸਾਡੇ ਅੰਦਰ ਬਾਣੀ ਗੁਪਤ ਹੈ, ਅਨਹਦ ਬਾਣੀ ਹਰੀ ਕਥਾ ਜੋ ਸਾਡੇ ਅੰਦਰ ਕਰ ਰਹੀ ਹੈ, ਉਸ ਕਥਾ ਨੂੰ ਅਸੀਂ ਹੁਣ ਸੁਣਨਾ। ਤੇ ਉਹ ਕਥਾ ਸਾਨੂੰ ਕਿੱਥੇ ਸੁਣਦੀ, ਉਹ ਕਿੱਥੇ ਕਥਾ ਕਰ ਰਹੀ ਬੈਠ ਕੇ, ਉਹ ਫਿਰ ਜੋ ਸਾਡੇ ਅੰਦਰ ਗੁਰਦੁਆਰਾ ਹੈ ਉਹਦੇ ਵਿੱਚ ਉਹ ਹਰੀ ਮਾਲਕ ਆਪ ਉਹ ਕਥਾ ਕਰਦੇ ਨੇ। ਜਿਵੇਂ ਹੁਣ ਆਪਾਂ ਦ੍ਰਿਸ਼ਟਮਾਨ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦੇ ਹਾਂ, ਇੱਥੇ ਆਪਾਂ ਆ ਕੇ ਕਥਾ ਸੁਣਦੇ ਹਾਂ, ਜਾਂ ਗੁਰਮੁਖ ਕੀਰਤਨ ਕਰਦੇ ਆਪਾਂ ਕੀਰਤਨ ਸੁਣਦੇ ਹਾਂ। ਹੁਣ ਇਸੇ ਤਰ੍ਹਾਂ ਸਾਡੇ ਅੰਦਰ ਵੀ ਗੁਰਦੁਆਰਾ ਹੈ। ਉਹ ਜੋ ਗੁਰਦੁਆਰਾ ਉਹਨੂੰ ਕਹਿੰਦੇ 10ਵਾਂ ਦਵਾਰ। ਨਿਜ ਮਹਿਲ, ਥਿਰ ਘਰ, ਸਹਿਜ ਗੁਫਾ, ਮੰਦਰ, ਕੋਠੜੀ, ਗੜ੍ਹ, ਗੁਰਦੁਆਰਾ, ਬਹੁਤ ਸਾਰੇ ਨਾਮ ਦਿੱਤੇ। ਵੀ ਜਿਵੇਂ ਹੁਣ ਇੱਥੇ ਗੁਰਦੁਆਰਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ,
जिसे गुरु ग्रंथ साहब जी का प्रकाश है, इन्हों सतगुर का खिताब है, तो आप कहने भी वो गुरुद्वारा जिथे प्रकाश ना हो, बिल्डिंग किड्डी वड्डी मर्जी वधिया बनी हो, ਉਹਨੂੰ ਆਪਾਂ ਗੁਰਦੁਆਰਾ नहीं कहते। गुरुद्वारा ਉਹਨੂੰ कहते हैं भी जिथे गुरु साहब का प्रकाश। ਹੁਣ ਇਸੇ तरह ही जो साडे अंदर गुरुद्वारा है, उथे सतगुरु प्रकाश रूप ने, उसे गुरु शब्द है, नाम नाद, उसे जो कथा कर रहे मालक आप कथा कर रहे। जिमें इसे आप गुरु घर आते हैं, इतने कथा सुनते हैं, साडे अंदर जो गुरुद्वारा उत्थे जदों असीं जावांगे, उत्थे परमात्मा हरि आप कथा करते हैं मालक। उस कथा नूं जदों असीं सुनते हैं, वो कथा नूं सारियां कथावां दे नालों उत्तम कथा रखिए। जिस नूं गुरु अर्जन देव जी फरमाउंदे, सब ते उत्तम हर की कथा, नाम सुनत दर्द दुख लथ। जदों असीं वो गुरुद्वारे च अंदरले च जाके वो हरी की कथा सुनते, ਉਹਨੂੰ सुनने ਦੇ ਨਾਲ ਸਾਡੇ दुख दर्द मन ਦੇ वो सारे खत्म हो जाते। साडा मन है जिहड़ा फिर ये दोबारा वापस जूना च नहीं आउंदा, वो कथा नूं सुन के सदा वास्ते अमर हो जाता। जदों असीं वो कथा सुनते, फिर साडे मन की खुराक है जिहड़ी सानूं वो दित्ती जाती। जिवें आपां हुण गुरु घर आउंदे आ, इत्थे कथा विचार सुनने तो बाद समाप्ति तो गुरमुख आपां नूं प्रशाद दिंदे ने। हुण ये जिहड़ा आपां प्रशाद लैने आ, ये साडे तन की खुराक है, शरीर की, मन की खुराक नहीं है। जदों असीं अंदरले गुरुद्वारे च जावांगे, उत्थे साडे मन ने जाना, क्योंकि तन तां इधर ही रह गया, उत्थे मन ने जाना अंदरले गुरुद्वारे च। फिर उत्थे साडा जदों मन जांदा, उत्थे फिर साडे मन नूं वो प्रशाद दिता जाता, जिन्हों गुर प्रशाद कहते। वो फिर अमृत वंडिया जाता, उत्थे सानूं अमृत दिता जाता भी ये गुरुद्वारे आए ने, इन्हां नूं प्रशाद दो। मारे फरमाउंदे, उत्थे अमृत वंडीए सुखिया सद करनी। जदों अमृत वंडिया जाता, साडे मन नूं दिता जाता, ते साडा मन सुखी हो जाता। फिर मारे सच्चे पातशाह अगे फरमाउंदे, वेद पुराण सिमरत बूझे मूल, सूखम मैं जाने स्थूल। भी ऐसा जिहड़ा पंडित है, वो वेदां दे विचों, पुराण सिमरतियां दे विचों वो अपने मूल नूं बुझदा। मूल की है? साडा सच परमात्मा निरंकार, उसनूं मूल आखी। मूल हुंदा मुੱਢ भी जिथों ये सारी शुरुआत हुई है, जिथों ये सारा खेल चले। इसलिए साडा सारियां दा जो मूल है वो सच परमात्मा निरंकार वाहिगुरू है। फिर महाराज कहते भी जिहड़ा पंडित अपने मूल नूं बुझदा, मुੱਢ नूं, ते वो फिर सूखम दे विच अस्थूल नूं देखदा। सूखम है परमात्मा निरंकार, जिवें उहदे दो रूप ने, एक सूखम ते एक स्थूल। सूखम कहते भी जिहड़ा ये खाली खला आपां धरती तो आसमान तक देखते हैं, इहनूं सूखम आखी, इसनूं निर्गुण आखी। अस्थूल कहते जिहड़ा शरीर है, इहनूं अस्थूल कहते। जिवें ये मालक नूं निर्गुण कह दिता, इस शरीर नूं सरग रूप कह दिता। इसे तरह ही मालक नूं सूखम कह दिता, इस शरीर नूं स्थूल कह दिता। हुण वो पंडित है जिहड़ा वो मालक दे सूखम रूप दे विच ये स्थूल रूप नूं देखदा। पहलां वो मालक नूं देखदा है, फिर मालक दे विच जिहड़े इहदे स्थूल रूप ने, जिवें 84 लाख जून ने, फिर वो सारियां नूं मालक दे विच देखदा भी ये सारा जिहड़ा स्थूल, ये सारे मालक दे विच ही।
ਇਹ ਸਰੀਰ ਨੇ ਜਿਹੜੇ ਆਕਾਰ ਇਹ ਛੋਟੇ ਛੋਟੇ ਨੇ, ਮਾਲਕ ਜਿਹੜਾ ਆਪ ਜੋ ਨਿਰੰਕਾਰ ਹੈ ਉਹ ਬੇਅੰਤ ਹੈ, ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਆਪਾਂ ਧਰਤੀ ਤੋਂ ਅਸਮਾਨ ਤੱਕ ਦੇਖਦੇ ਹਾਂ ਖਾਲੀ ਖਲਾ, ਇਸ ਨੂੰ ਨਿਰਗੁਣ ਕਹਿੰਦੇ, ਤੇ ਸਰੀਰ ਨੂੰ ਸਰਗੁਣ ਕਹਿੰਦੇ। ਤੇ ਇਹਨਾਂ ਤੋਂ ਉਹ ਵੱਖਰਾ ਵੀ ਮਾਲਕ ਜਿੱਥੇ ਉਹ ਨਿਰੋਲ ਪ੍ਰਕਾਸ਼ ਰੂਪ ਹੈ, ਜਿਸ ਨੂੰ ਮਹਾਰਾਜ ਫਰਮਾਉਂਦੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਪੰਡਤ ਹੈ, ਉਹ ਗੁਰਮੁਖ ਹੈ ਵੀ ਜਿਹੜਾ ਫਿਰ ਵੇਦਾਂ ਦੇ ਵਿੱਚੋਂ, ਸਿਮਰਤੀਆਂ ਵਿੱਚੋਂ, ਗੁਰਬਾਣੀ ਗੁਰੂ ਵਿੱਚੋਂ ਆਪਣੇ ਮੂਲ ਨੂੰ ਬੁੱਝਦਾ, ਆਪਣੇ ਮੂਲ ਦੀ ਖੋਜ ਕਰਦਾ ਸੱਚ ਦੀ। ਤੇ ਉਹ ਮਾਲਕ ਦਾ ਜਿਹੜਾ ਸੂਖਮ ਹੈ, ਸੂਖਮ ਦੇ ਵਿੱਚ ਉਹ ਸਥੂਲ ਨੂੰ ਦੇਖਦਾ, ਜਿਸ ਨੂੰ ਮਹਾਰਾਜ ਕਹਿੰਦੇ ਸੂਖਮ ਮੈਂ ਜਾਣੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਬਈ ਉਹ ਸੂਖਮ ਦੇ ਵਿੱਚ ਫਿਰ ਸਥੂਲ ਨੂੰ ਦੇਖਦਾ ਵੀ ਸੂਖਮ ਮਾਲਕ ਦਾ ਇਹ ਪਰਮਾਤਮਾ ਦੀ ਦੇਹ ਹੈ, ਜੋ ਆਪਾਂ ਇਹ ਖਾਲੀ ਖਲਾ ਦੇਖਦੇ ਧਰਤੀ ਤੋਂ ਅਸਮਾਨ ਤੱਕ, ਇਸ ਨੂੰ ਅਕਾਲ ਪੁਰਖ ਦੀ ਦੇਹ ਆਖੀ। ਜਿਵੇਂ ਇਹ ਸਰੀਰ ਦੇਹ ਹੈ, ਇਸੇ ਤਰ੍ਹਾਂ ਹੀ ਇਹ ਸੂਖਮ ਜਿਹੜਾ ਇਹ ਮਾਲਕ ਦੀ ਦੇਹ ਹੈ, ਇਹ ਸੂਖਮ ਮਾਲਕ ਦੇ ਉੱਤੇ ਕੱਪੜਾ ਹੈ, ਜੋ ਇਹ ਮਾਲਕ ਦੀ ਦੇਹ ਦੇ ਵਿੱਚ ਸੂਖਮ ਦੇ ਵਿੱਚ ਮੌਜੂਦ ਹੈ, ਉਹੀਓ ਸਾਡੇ ਸਰੀਰ ਦੇ ਵਿੱਚ ਮੌਜੂਦ ਹੈ। ਇਸ ਲਈ ਮਹਾਰਾਜ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਹੁਣ ਇਹ ਜੋ ਅਕਾਲ ਪੁਰਖ ਦੀ ਦੇਹ ਹੈ, ਇਹ ਜੋ ਆਪਾਂ ਦੇਖਦੇ ਖਾਲੀ ਖਲਾ, ਜਿਵੇਂ ਹੁਣ ਇੰਨਾ ਵੱਡਾ, ਇਹਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਨੂੰ ਹੀ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਅਕਾਲ ਪੁਰਖ ਕੀ ਦੇਹ ਮੈਂ ਕੋਟਕ ਵਿਸ਼ਨ ਮਹੇਸ਼। ਬਈ ਕਰੋੜਾਂ ਹੀ ਵਿਸ਼ਨੂੰ ਮਹੇਸ਼ ਅਕਾਲ ਪੁਰਖ ਦੀ ਦੇਹ ਦੇ ਵਿੱਚ। ਹੁਣ ਕਿੱਡੀ ਵੱਡੀ ਅਕਾਲ ਪੁਰਖ ਦੀ ਦੇਹ ਹੈ ਮਾਲਕ ਦੀ, ਇਸ ਵਾਸਤੇ ਫਿਰ ਇਸ ਨੂੰ ਮਾਲਕ ਦਾ ਸੁਖਮ ਰੂਪ ਆਖਿਆ। ਤੇ ਇਹ ਜਿਹੜੇ ਸਰੀਰ ਆਕਾਰ ਇਹਨਾਂ ਨੂੰ ਅਸਥੂਲ ਰੂਪ 'ਚ ਆਖੇ। ਇਸ ਸੁਖਮ ਦੇ ਵਿੱਚੋਂ ਹੀ ਉਹ ਆਪਣਾ ਸਥੂਲ ਰੂਪ ਪ੍ਰਗਟ ਕਰਦਾ ਹੈ। ਫਿਰ ਮਹਾਰਾਜ ਕਹਿੰਦੇ ਵੀ ਐਸਾ ਜੋ ਪੰਡਤ ਹੈ, ਜੋ ਸੁਖਮ ਦੇ ਵਿੱਚ ਸਥੂਲ ਨੂੰ ਦੇਖਦਾ, ਜੋ ਫਿਰ ਇਹ ਆਪਣੇ ਮੂਲ ਨੂੰ ਜਾਣਦਾ, ਆਪਣੇ ਮੂਲ ਦੀ ਪਹਿਚਾਣ ਕਰਦਾ, ਫਿਰ ਉਹਦੇ ਬਾਰੇ ਅੱਗੇ ਦੱਸਦੇ ਚੌਂ ਵਰਨਾ ਕੋ ਦੇਹ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਮਹਾਰਾਜ ਕਹਿੰਦੇ ਫਿਰ ਉਹ ਪੰਡਤ ਚੌਂ ਵਰਨਾਂ ਨੂੰ ਉਹ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਦਾ, ਤੇ ਐਸੇ ਪੰਡਤ ਨੂੰ ਕਹਿੰਦੇ ਸਦਾ ਅਸੀਂ ਨਮਸਕਾਰ ਕਰਦੇ। ਕੋਈ ਇਹ ਨਹੀਂ ਵੀ ਪੰਡਤ ਦੀ ਵਿਰੋਧਤਾ ਕਰਦੇ ਜਾਓ ਕਿਸੇ ਪੰਡਤ ਦੇ ਖਿਲਾਫ ਨੇ, ਉਹ ਸਾਨੂੰ ਪੰਡਤ ਦੀ ਵਿਸ਼ੇਸ਼ਤਾ ਦੱਸਦੇ, ਉਹ ਸਾਨੂੰ ਪੰਡਤ ਦੀ ਪਹਿਚਾਣ ਕਰਾਉਂਦੇ ਨੇ ਬਈ ਪੰਡਤ ਕਿਹਨੂੰ ਕਹਿੰਦੇ ਤੇ ਕਿੱਦਾਂ ਦਾ ਪੰਡਤ ਹੋਣਾ ਚਾਹੀਦਾ। ਜੇ ਇੱਦਾਂ ਦਾ ਪੰਡਤ ਹੈ ਤੇ ਉਹਨੂੰ ਅਸੀਂ ਵੀ ਨਮਸਕਾਰ ਕਰਦੇ ਸਦਾ ਹੀ। ਇਸ ਵਾਸਤੇ ਫਿਰ ਉਹ ਜਿਹੜਾ ਪੰਡਤ ਉਹ ਫਿਰ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਕਰਦਾ। ਜਿਵੇਂ ਜੀਵ ਪਹਿਲਾਂ ਚੌਂ ਵਰਨ 'ਚ ਵੰਡੇ ਹੋਏ ਸੀ, ਕੁਝ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਂਦੇ, ਬ੍ਰਾਹਮਣ ਕਸ਼ਤਰੀ ਸੂਦਰ ਵੈਸ ਚੌਂ ਵਰਨਾਂ 'ਚ ਵੰਡੇ ਸੀ। ਸੋ ਫਿਰ ਚੌਂ ਵਰਨਾਂ ਨੂੰ ਸਾਂਝਾ ਉਪਦੇਸ਼ ਕਰਦਾ। ਜਿਵੇਂ ਗੁਰਬਾਣੀ ਗੁਰੂ ਸਾਹਿਬਾਨ ਭਗਤ ਸੰਤ ਜਨ ਸਾਨੂੰ ਸਾਰਿਆਂ ਨੂੰ ਸਾਂਝਾ ਉਪਦੇਸ਼ ਕਰਦੇ। ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਸਾਰਿਆਂ ਲਈ ਇਹ ਸਾਂਝਾ ਉਪਦੇਸ਼ ਹੈ, ਕਿਸੇ ਇਕੱਲੇ ਲਈ ਨਹੀਂ, ਸਾਰਿਆਂ ਵਾਸਤੇ, ਸਾਰੀ ਲੋਕਾਈ ਵਾਸਤੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਆਪਾਂ ਨੂੰ ਸਮਝਾਉਂਦੇ ਬੀਜ ਮੰਤਰ ਸਰਬ ਕੋ ਗਿਆਨ,
ਚੌਂ ਵਰਨਾ ਵਿੱਚ ਜਪੇ ਕੋ ਨਾਮ। ਹੁਣ ਇਹ ਜਿਹੜਾ ਨਾਮ ਹੈ ਇਸ ਨੂੰ ਬੀਜ ਮੰਤਰ ਵੀ ਆਖੇ। ਬੀਜ ਮੰਤਰ ਸਾਡੇ ਸਭ ਦੇ ਅੰਦਰ ਹੋਣ ਕਰਕੇ ਸਭ ਨੂੰ ਗਿਆਨ, ਜਿੰਨੀ ਵੀ 84 ਲੱਖ ਜੂਨ ਨੇ ਸਭ ਦੇ ਅੰਦਰ ਨਾਮ ਹੈ। ਨਾਮ ਸਭ ਦੇ ਅੰਦਰ ਹੋਣ ਕਰਕੇ ਸਭ ਨੂੰ ਗਿਆਨ ਨੇ। ਇਸ ਵਾਸਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਚਾਹੇ ਕਿਸੇ ਨੂੰ ਥੋੜਾ ਗਿਆਨ ਹੈ, ਕਿਸੇ ਨੂੰ ਜ਼ਿਆਦਾ ਹੈ, ਪਰ ਹੈ ਸਭ ਨੂੰ ਹੈ, ਕਿਉਂਕਿ ਸਭ ਦੇ ਅੰਦਰ ਜਿਹੜਾ ਨਾਮ ਹੈ ਉਹ ਨਾਮ ਮੌਜੂਦ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਚੌਂ ਵਰਨਾਂ ਦੇ ਵਿੱਚ ਕੋਈ ਵੀ ਜਿਹੜਾ ਇਹ ਨਾਮ ਨੂੰ ਜਪੇ, ਨਾਮ ਨੂੰ ਬੁੱਝੇ, ਜਿਹੜਾ ਵੀ ਇਹ ਨਾਮ ਨੂੰ ਬੁੱਝੇਗਾ ਉਹਨੂੰ ਪਰਮ ਗਤੀ ਹੈ ਜਿਹੜੀ ਉਹ ਪ੍ਰਾਪਤ ਹੋ ਜਾਏਗੀ। ਜੋ ਜੋ ਜਪੈ ਤਿਸ ਕੀ ਗਤ ਹੋਏ, ਸਾਧ ਸੰਗ ਭਾਵੇ ਜਨ ਕੋਇ। ਮਹਾਰਾਜ ਕਹਿੰਦੇ ਵੀ ਜੋ ਵੀ ਜਪਦਾ ਹੈ ਉਸ ਦੀ ਪਰਮ ਗਤੀ ਹੋ ਜਾਂਦੀ, ਉਹ ਸਦਾ ਵਾਸਤੇ ਜੀਵਨ ਮੁਕਤ ਹੋ ਜਾਂਦਾ, ਉਹ ਸਦਾ ਵਾਸਤੇ ਅਮਰ ਹੋ ਜਾਂਦਾ ਹੈ। ਪਰ ਸੱਜੇ ਪਾਤਸ਼ਾਹ ਕਹਿੰਦੇ ਵੀ ਜਪਦਾ ਉਹੀਓ ਹੈ ਫਿਰ ਜਿਹਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਤੋਂ ਬਿਨਾਂ ਇਹ ਸਾਨੂੰ ਭੇਤ ਨਹੀਂ ਆਉਂਦਾ ਨਾਮ ਦਾ। ਸਾਧ ਸੰਗਤ ਤੋਂ ਬਿਨਾਂ ਸਾਡੇ ਅੰਦਰੋਂ ਦਬਦਾ ਜਾਂਦੀ ਨਹੀਂ, ਬੈਰ ਵਿਰੋਧ ਜਾਂਦਾ ਨਹੀਂ। ਅਸੀਂ ਵੱਖੋ ਵੱਖਰਾ ਵੰਡੇ ਰਹਿੰਦੇ ਹਾਂ, ਧੜੇਬਾਜ਼ੀ ਦੇ ਵਿੱਚ, ਵੱਖੋ ਵੱਖਰਾ ਦਬਦਾ ਦੇ ਵਿੱਚ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਸਾਧ ਸੰਗਤ ਜਿਹੜਾ ਕੋਈ ਗੁਰਮੁਖ ਪਾਉਂਦਾ ਵਿਰਲਾ ਤੇ ਮਿਲਦੀ ਉਹਨਾਂ ਨੂੰ ਜਿਨ੍ਹਾਂ ਤੇ ਮਾਲਕ ਫਿਰ ਕਿਰਪਾ ਕਰਦੇ। ਇਸ ਲਈ ਫਿਰ ਬੇਨਤੀ ਕਰਦੇ ਮਾਲਕ ਨੂੰ ਵੀ ਸਾਡੇ ਤੇ ਕਿਰਪਾ ਕਰੋ, ਸਾਨੂੰ ਸਾਧ ਸੰਗਤ ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹਿ ਸਾਧ ਸੰਗ ਦੀਜੈ। ਕਿ ਸਾਡੇ ਤੇ ਕਿਰਪਾ ਕਰੋ, ਸਾਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਵੇ। ਤੇ ਇਸ ਕਰਕੇ ਫਿਰ ਇਹ ਸਾਧ ਸੰਗਤ ਦੀ ਵਡਿਆਈ ਹੈ। ਜਿਨ੍ਹਾਂ ਨੂੰ ਮਿਲ ਜਾਂਦੀ ਉਹ ਫਿਰ ਜੀਵ ਤਰ ਜਾਂਦੇ ਨੇ। ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਕਿ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਗਈ, ਜਿਨ੍ਹਾਂ ਨੂੰ ਸਤ ਸੰਗ ਮਿਲ ਗਈ, ਉਹ ਜੀਵ ਨੇ ਜਿਹੜੇ ਉਹ ਤਰ ਜਾਂਦੇ ਨੇ। ਫੇਰ ਮਹਾਰਾਜ ਕਹਿੰਦੇ ਕਰ ਕਿਰਪਾਂਤਰ ਉਰ ਧਾਰੇ, ਪਸ਼ ਪ੍ਰੇਤ ਮੁਗਧ ਪਾਥਰ ਕੋ ਤਾਰੇ। ਜਿਹੜਾ ਫਿਰ ਜੀਵ ਸਾਧ ਸੰਗ ਕਰਕੇ ਫਿਰ ਮਾਲਕ ਦੀ ਕਿਰਪਾ ਦੁਆਰਾ ਉਹ ਆਪਦੇ ਹਿਰਦੇ ਵਿੱਚ ਨਾਮ ਨੂੰ ਵਸਾ ਲੈਂਦਾ, ਨਾਮ ਨੂੰ ਦ੍ਰਿੜ ਕਰ ਲੈਂਦਾ ਹੈ, ਨਾਮ ਸਾਡੇ ਹਿਰਦੇ 'ਚ ਵਸ ਜਾਂਦਾ ਹੈ। ਫਿਰ ਇਹ ਨਾਮ ਦੀ ਵਡਿਆਈ ਹੈ ਵੀ ਨਾਮ ਦੁਆਰਾ ਅਸੀਂ ਤਰ ਸਕਦੇ ਹਾਂ। ਸਾਡਾ ਮਨ ਚਾਹੇ ਪਹਿਲਾਂ ਕਿੱਦਾਂ ਦਾ ਵੀ ਹੋਵੇ, ਚਾਹੇ ਪਸ਼ੂ ਹੈ, ਪ੍ਰੇਤ ਬਣਿਆ, ਇਹ ਮੁਗਧ ਮੂਰਖ ਹੈ, ਇਹ ਪੱਥਰ ਰੂਪ ਹੋ ਗਿਆ, ਉਹ ਵੀ ਜੀਵ ਤਰ ਸਕਦਾ ਜੇ ਨਾਮ ਦੇ ਨਾਲ ਜੁੜ ਜਾਵੇ। ਜਿਵੇਂ ਹੁਣ ਜਦੋਂ ਸਾਡਾ ਮਨ ਸੰਗਤ ਨਹੀਂ ਕਰਦਾ, ਸਿਮਰਨ ਨਹੀਂ ਕਰਦਾ, ਫਿਰ ਇਹਨੂੰ ਪਸ਼ੂ ਕਹਿੰਦੇ ਨੇ। ਜਿਵੇਂ ਹੁਣ ਜੀਵ ਦਾ ਜਿਹੜਾ ਸਤ ਸੰਗਤ ਤੋਂ ਬਿਨਾਂ ਜੀਵਨ ਹੈ ਉਹ ਪਸ਼ੂਆਂ ਵਰਗਾ ਹੁੰਦਾ। ਮਹਾਰਾਜ ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ, ਜੈਸੇ ਪਸ਼ ਢੋਰ, ਜਨ ਕੀਤੀ ਤਿਸੇ ਨ ਜਾਣਨੀ, ਬਿਨ ਨਾਮੇ ਸਭ ਚੋਰ। ਵੀ ਸਤ ਸੰਗਤ ਤੋਂ ਬਿਨਾਂ ਜੀਵ ਪਸ਼ੂ ਹੈ, ਮਾਨਸ ਜਾਮੇ 'ਚ ਹੁੰਦਾ ਹੋਇਆ ਵੀ ਪਸ਼ੂ ਹੈ। ਫਿਰ ਇਸੇ ਮਨ ਨੂੰ ਪ੍ਰੀਤ ਕਹਿੰਦੇ ਬਈ ਜਦੋਂ ਇਹ ਸੰਗਤ ਨਹੀਂ ਕਰਦਾ, ਸਿਰਫ ਮਾਇਆ ਦੇ ਨਾਲ ਹੀ ਇਹਦਾ ਪਿਆਰ ਮੋਹ ਹੁੰਦਾ ਹੈ, ਉਦੋਂ ਕਹਿੰਦੇ ਪ੍ਰੀਤ ਬਣੇ। ਮਾਇਆ ਮੋਹ ਪ੍ਰੀਤ ਹੈ। ਵੀ ਮਾਇਆ ਦਾ ਮੋਹ ਜਿਹੜਾ ਇਹ ਮਨ ਨੂੰ ਪ੍ਰੀਤ ਬਣਾ ਦਿੰਦਾ, ਉਦੋਂ ਅਸੀਂ ਮਾਨਸ ਜਾਮੇ 'ਚ ਹੁੰਦੀ ਪ੍ਰੀਤ ਹੁੰਨੀ। ਫਿਰ ਮੁਗਧ ਕਹਿੰਦੇ ਵੀ ਇਹ ਮੁਗਧ ਮੂਰਖ ਹੈ,
ਮਨਮੁਖ ਹੈ ਜਿਹੜਾ ਇਹ ਸੰਗਤ ਤੋਂ ਬਿਨਾਂ ਮੂਰਖ ਹੈ, ਅੰਧ ਗਿਆਨੀ। ਫਿਰ ਇਹਨੂੰ ਕਹਿੰਦੇ ਵੀ ਇਹ ਪੱਥਰ ਹੈ। ਜਿਵੇਂ ਮਨਮੁਖ ਜੀਵ ਨੂੰ ਕਹਿੰਦੇ ਵੀ ਇਹ ਪੱਥਰ ਦੀ ਨਿਆਈ ਹੈ। ਮਨਮੁਖ ਪੱਥਰ ਸੈਲ ਹੈ, ਤ੍ਰਿਗ ਜੀਵਨ ਫੀਕਾ। ਮਨਮੁਖ ਹੈ ਜਿਹੜਾ ਉਹ ਪੱਥਰ ਵਰਗਾ, ਉਹਦਾ ਮਨ ਹੈ ਜਿਹੜਾ ਇੰਨਾ ਉਹ ਪੱਥਰ ਵਾਂਗੂ ਕਠੋਰ ਹੋਇਆ ਹੋਇਆ। ਤੇ ਸਤਿਗੁਰੂ ਫਿਰ ਇੱਥੇ ਨਾਮ ਦੀ ਮਹਿਮਾ ਕਰਦੇ ਵੀ ਜਿਹੜਾ ਮਨ ਪਸ਼ੂ ਵੀ ਹੈ, ਪ੍ਰੇਤ ਵੀ ਹੈ, ਮੁਗਧ ਮੂਰਖ ਵੀ ਹੈ, ਜਿਹੜਾ ਪੱਥਰ ਵੀ ਬਣ ਗਿਆ ਉਹ ਵੀ ਧਰ ਸਕਦਾ ਹੈ ਜੇ ਉਹ ਨਾਮ ਦੇ ਨਾਲ ਜੁੜ ਜੇ। ਤਾਂ ਨਾਮ ਦੀ ਇੰਨੀ ਮਹਿਮਾ, ਇੰਨੀ ਵਡਿਆਈ। ਇਸ ਵਾਸਤੇ ਪਹਿਲਾਂ ਸਾਡਾ ਜੀਵਨ ਕਿਹੋ ਜਿਹਾ ਵੀ ਹੋਵੇ, ਕਿੰਨਾ ਵੀ ਗੰਦਾ, ਕਿੰਨਾ ਵੀ ਮਾੜਾ ਹੋਵੇ, ਜਦੋਂ ਅਸੀਂ ਨਾਮ ਦੇ ਨਾਲ ਜੁੜ ਗਏ, ਸਾਡੇ ਕੀਤੇ ਹੋਏ ਗੁਨਾਹ, ਸਾਡੇ ਕੀਤੇ ਹੋਏ ਪਾਪ, ਉਹ ਸਾਰੇ ਖੰਡਨ ਹੋ ਜਾਂਦੇ ਨੇ। ਤਾਈਓ ਮਹਾਰਾਜ ਕਹਿੰਦੇ ਕੌਣ ਸੋ ਕਲੰਕ ਦੇਹੋ ਰਾਮ ਨਾਮ ਲੇਤ ਹੀ ਪਤਤ ਪਵਿੱਤ ਭਏ ਰਾਮ ਕਹਿਤ ਹੀ। ਬਈ ਉਹਨਾਂ ਦੇ ਮੱਥੇ ਤੇ ਕਿਹੜਾ ਕੋਈ ਕਲੰਕ ਰਹਿ ਗਿਆ ਜਿਹੜੇ ਨਾਮ ਦੇ ਨਾਲ ਜੁੜ ਗਏ। ਬਈ ਉਹ ਬੇਸ਼ੱਕ ਪਹਿਲਾਂ ਪਤਤ ਸੀ, ਪਹਿਲਾਂ ਚਾਹੇ ਉਹ ਪਸ਼ੂ ਸੀ, ਚਾਹੇ ਪ੍ਰੇਤ ਸੀ, ਚਾਹੇ ਪੱਥਰ ਸੀ, ਪਰ ਜਦੋਂ ਉਹ ਨਾਮ ਦੇ ਨਾਲ ਜੁੜ ਗਏ ਉਹ ਪਤਤ ਤੋਂ ਉਹ ਪਵਿੱਤਰ ਹੋ ਗਏ। ਫਿਰ ਮਾਰੇ ਨਾਮ ਦੀ ਵਡਿਆਈ ਦੱਸਦੇ, ਕਹਿੰਦੇ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ। ਮਾਰੇ ਕਹਿੰਦੇ ਵੀ ਇਹ ਸਾਰੇ ਰੋਗਾਂ ਦਾ, ਜਿਹੜੇ ਸਾਡੇ ਮਨ ਨੂੰ ਇਹ ਰੋਗ ਲੱਗੇ, ਇਹ ਸਾਰੇ ਰੋਗਾਂ ਦਾ ਜਿਹੜਾ ਔਖਦ ਹੁੰਦੀ ਦਾਰੂ, ਸਾਰੇ ਰੋਗਾਂ ਦਾ ਔਖਦ ਕੀ ਹੈ? ਨਾਮ। ਹੁਣ ਸਾਡੇ ਮਨ ਨੂੰ ਰੋਗ ਕਿਹੜੇ ਲੱਗੇ? ਇਹ ਕਾਮ ਕ੍ਰੋਧ ਲੋਭ ਹੰਕਾਰ, ਨਿੰਦਿਆ ਚੁਗਲੀ ਵੈਰ ਵਿਰੋਧ ਈਰਖਾ ਨਫ਼ਰਤ ਸਹਿੰਸੇ ਫਿਕਰ ਚਿੰਤਾਵਾਂ, ਜਨਮ ਮਰਨ ਦਾ ਰੋਗ ਜੋ ਅਸੀਂ ਵਾਰ-ਵਾਰ ਜੂਨਾ ਜਾ ਰਹੇ ਹਾਂ, ਇਹ ਸਾਰੇ ਸਾਡੇ ਮਨ ਨੂੰ ਰੋਗ ਲੱਗੇ ਹੋਏ ਨੇ। ਹੁਣ ਇਹਨਾਂ ਸਾਰੇ ਰੋਗਾਂ ਦਾ ਜਿਹੜਾ ਔਖਦ ਹੈ ਦਾਰੂ, ਉਹ ਕੀ ਹੈ? ਮਹਾਰਾਜ ਕਹਿੰਦੇ ਦਾਰੂ ਹੈ ਨਾਮ। ਜਦੋਂ ਅਸੀਂ ਇਹ ਦਾਰੂ ਨਾਮ ਲੈ ਲਾਂਗੇ, ਸਾਡੇ ਮਨ ਦੇ ਸਾਰੇ ਰੋਗ ਨੇ ਜਿਹੜੇ ਇਹ ਖਤਮ ਹੋ ਜਾਣਗੇ। ਇਸ ਲਈ ਮਹਾਰਾਜ ਕਹਿੰਦੇ ਅਵਰ ਭਾਵ ਸਭ ਤਿਆਗਿਆ ਦਾਰੂ ਨਾਮ ਲਿਆ। ਵੀ ਅਸੀਂ ਹੋਰ ਆਪਦੇ ਆਪਦੀ ਮੱਤ ਛੱਡ ਕੇ ਜਿਹੜਾ ਦਾਰੂ ਇੱਕੋ ਹੀ ਲਿਆ ਨਾਮ, ਜਿਹਦੇ ਨਾਲ ਫਿਰ ਸਾਡੇ ਮਨ ਦੇ ਜਿਹੜੇ ਰੋਗ ਸੀ ਉਹ ਸਾਰੇ ਖਤਮ ਹੋ ਗਏ, ਸਾਰੇ ਦੂਰ ਹੋ ਗਏ। ਜਿਵੇਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਵੀ ਕਿਸੇ ਜੀਵ ਨੂੰ ਕੋਈ ਰੋਗ ਲੱਗਿਆ ਹੋਵੇ ਸਰੀਰ ਨੂੰ, ਉਹ ਰੋਗ ਤੋਂ ਦਾਰੂ ਲੈਂਦਾ ਤੇ ਜਿੱਥੋਂ ਉਹਨੂੰ ਦਾਰੂ ਫਿੱਟ ਬਹਿ ਜੇ ਫਿਰ ਉਹ ਹੋਰਾਂ ਨੂੰ ਵੀ ਦੱਸਦਾ, ਜਾਂ ਜੀਵ ਤੋਂ ਪੁੱਛਦੇ ਵੀ, ਜਿਹੜੇ ਆਪ ਰੋਗੀ ਹੋ ਗਏ ਉਹ ਫਿਰ ਉਹਨਾਂ ਤੋਂ ਪੁੱਛਦੇ ਵੀ ਤੈਨੂੰ ਵੀ ਇਹ ਰੋਗ ਸੀ, ਵੀ ਤੁਸੀਂ ਕਿੱਥੋਂ ਦਾਰੂ ਲਈ? ਫਿਰ ਉਹ ਦੱਸਦੇ ਵੀ ਮੈਂ ਫਲਾਣੇ ਡਾਕਟਰ ਤੋਂ ਦਾਰੂ ਲਈ ਜਾਂ ਫਲਾਣੇ ਥਾਂ ਤੋਂ ਦਾਰੂ ਲਈ। ਫਿਰ ਉਹ ਆਪਾਂ ਪੁੱਛਦੇ ਉਹਨਾਂ ਨੂੰ ਵੀ ਸਾਨੂੰ ਵੀ ਉਹਦਾ ਐਡਰੈਸ ਦੱਸ ਵੀ ਅਸੀਂ ਵੀ ਦਾਰੂ ਲੈ ਲਈਏ। ਇਸੇ ਤਰ੍ਹਾਂ ਹੀ ਫਿਰ ਗੁਰਮਤਿ ਸਾਨੂੰ ਦੱਸਦੇ ਵੀ ਜਿਹੜਾ ਸਾਡਾ ਮਨ ਵੀ ਪਹਿਲਾਂ ਰੋਗੀ ਸੀ, ਉਹਦੇ ਰੋਗ ਖਤਮ ਹੋਏ, ਅਸੀਂ ਦਾਰੂ ਨਾਮ ਲਿਆ। ਹੁਣ ਜਿਹੜੇ ਫਿਰ ਜੀਵਨ ਨੂੰ ਥੋੜ੍ਹੀ ਜਿਹੀ ਸੋਝੀ ਹੋ ਗਈ, ਥੋੜ੍ਹਾ ਜਿਹਾ ਗਿਆਨ ਹੋ ਗਿਆ, ਉਹ ਤਾਂ ਉਹਨਾਂ ਤੋਂ ਆਪ ਹੀ ਪੁੱਛ ਲੈਂਦੇ ਗੁਰਮੁਖਾਂ ਤੋਂ ਵੀ ਤੁਸੀਂ ਦੱਸੋ ਬਈ ਤੁਸੀਂ ਇਹ ਦਾਰੂ ਕਿੱਥੋਂ ਲਿਆ? ਸਾਨੂੰ ਵੀ ਐਡਰੈਸ ਦਿਓ, ਵੀ ਉਹ ਸਾਨੂੰ ਵੀ ਦੱਸੋ ਕਿੱਥੋਂ ਦਾਰੂ ਮਿਲਦੀ ਹੈ, ਅਸੀਂ ਵੀ ਲੈਣੀ ਚਾਹੁੰਦੇ। ਫਿਰ ਉਹ ਆਪਾਂ ਨੂੰ ਦੱਸਦੇ ਵੀ ਉਹ ਵੈਦ ਸਾਡੇ ਅੰਦਰ ਬੈਠਾ, ਜਿਹੜਾ ਇਹ ਦਾਰੂ ਦਿੰਦਾ ਵੈਦ, ਉਹ ਕਿਤੇ ਬਾਹਰ ਨਹੀਂ, ਉਹ ਸਾਡੇ ਸਭ ਦੇ ਅੰਦਰ ਬੈਠਾ। ਤੇ ਅੰਦਰ ਕਿੱਥੇ ਬੈਠਾ? ਉਹ ਗੁਰਦੁਆਰੇ ਦੇ ਵਿੱਚ, ਨਿਜਮਹਿਲ 10ਵੇਂ ਦਰਬਾਰ ਦੇ ਵਿੱਚ ਬੈਠੇ ਨੇ ਸਤਿਗੁਰੂ ਵੈਦ।
ਜਦੋਂ ਅਸੀਂ ਉਹਨਾਂ ਪਾਸ ਜਾਂਦੇ ਉਹ ਫਿਰ ਸਾਡੇ ਮੁੱਖ ਦੇ ਵਿੱਚ ਮਨ ਦੇ ਇਹ ਔਖਦ ਦਾਰੂ ਪਾਉਂਦੇ, ਜਿਸ ਨੂੰ ਮਾਰੇ ਫਰਮਾਉਂਦੇ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ। ਕਿ ਜਦੋਂ ਅਸੀਂ ਉਹਨਾਂ ਪਾਸ ਜਾਵਾਂਗੇ ਉਹ ਫਿਰ ਸਾਡੇ ਮੁੱਖ 'ਚ ਦਾਰੂ ਪਾਉਣਗੇ ਤੇ ਜਿਹੜੀ ਜਮਾਂ ਦੀ ਫਾਹੀ ਸਾਡੇ ਗਲ 'ਚ ਪਈ ਹੈ ਫਾਸੀ ਕੱਟੀ ਜਾਏਗੀ। ਜੋ ਇਹ ਸਾਡੇ ਮਨ ਨੂੰ ਰੋਗ ਲੱਗੇ, ਇਹ ਸਾਡੇ ਮਨ ਦੇ ਰੋਗ ਠੀਕ ਹੋ ਜਾਣਗੇ। ਜੋ ਅਸੀਂ ਵਾਰ-ਵਾਰ ਆਕਾਰਾਂ ਦੇ ਵਿੱਚ ਆਉਂਦੇ ਹਾਂ, ਇਹ ਅਸੀਂ ਜਨਮ ਮਰਨ ਤੋਂ ਰਹਿਤ ਹੋ ਜਾਵਾਂਗੇ। ਇਸ ਲਈ ਜਿਹੜੇ ਗੁਰਮੁਖ ਉਹ ਫਿਰ ਰੋਗ ਹੋ ਜਾਂਦੇ, ਉਹ ਰੋਗ ਰਹਿਤ ਹੋ ਜਾਂਦੇ। ਮਾਰੇ ਫਰਮਾਉਂਦੇ ਮੇਰੇ ਰਾਮ ਹਰ ਜਨ ਰੋਗ ਭਈ, ਕਿ ਜਿਹੜੇ ਹਰੀ ਦੇ ਜਨ ਉਹ ਰੋਗ ਰਹਿਤ ਹੋ ਗਏ, ਉਹ ਸਦਾ ਲਈ ਅਰੋਗ ਹੋ ਗਏ। ਤੇ ਇਸ ਵਾਸਤੇ ਫਿਰ ਮਾਰੇ ਕਹਿੰਦੇ ਵੀ ਇਹ ਸਾਰੇ ਰੋਗਾਂ ਦਾ ਦਾਰੂ ਕੀ ਹੈ? ਨਾਮ। ਤੇ ਅਸੀਂ ਫਿਰ ਇਹ ਨਾਮ ਦੇ ਗੁਣ ਗਾਉਣੇ, ਮਾਲਕ ਦੇ ਗੁਣ ਗਾਉਣੇ, ਜਿਹਦੇ ਨਾਲ ਫਿਰ ਸਾਡੇ ਮਨ ਦੀ ਇੱਕ ਕਲਿਆਣ ਹੁੰਦੀ। ਜੋ ਫਿਰ ਇਹ ਆਪਾਂ ਸਿਮਰਨ ਅਭਿਆਸ ਕਰਦੇ, ਮਾਲਕ ਦੇ ਗੁਣ ਗਾਉਂਦੇ ਹਾਂ, ਇਹਦੇ ਨਾਲ ਫਿਰ ਸਾਡੇ ਮਨ ਦੀ ਕਲਿਆਣ ਹੁੰਦੀ, ਸਾਡੇ ਮਨ ਨੂੰ ਸੁੱਖ ਮਿਲਦਾ, ਸ਼ਾਂਤੀ ਆਉਂਦੀ, ਤੇ ਫਿਰ ਹੀ ਅਸੀਂ ਉਹ ਨਾਮ ਤੱਕ ਪਹੁੰਚਦੇ। ਜਿਵੇਂ ਹੁਣ ਆਪਾਂ ਕਿਸੇ ਡਾਕਟਰ ਪਾਸ ਜਾਣਾ ਹੋਵੇ ਦਾਰੂ ਲੈਣ ਵਾਸਤੇ, ਉਹਦੇ ਵਾਸਤੇ ਆਪਾਂ ਨੂੰ ਕੋਈ ਸਾਧਨ ਅਪਣਾਉਣਾ ਪੈਂਦਾ ਵੀ ਅਸੀਂ ਉਹਦੇ ਕੋਲ ਜਾਣਾ, ਚੱਲ ਕੇ ਜਾਣਾ। ਉਹਦੇ ਵਾਸਤੇ ਹੁਣ ਅਸੀਂ ਕੋਈ ਸਾਧਨ ਲਵਾਂਗੇ, ਚਾਹੇ ਕੋਈ ਬੱਸ 'ਤੇ ਜਾਵੇ, ਕੋਈ ਆਪਦੇ ਸਾਧਨ 'ਤੇ ਜਾਵੇ, ਲੇਕਿਨ ਜਾਣਾ ਤਾਂ ਸਾਨੂੰ ਚੱਲ ਕੇ ਹੀ ਪਏਗਾ, ਫਿਰ ਹੀ ਅਸੀਂ ਦਾਰੂ ਲੈ ਸਕਦੇ। ਇਸੇ ਤਰ੍ਹਾਂ ਹੀ ਹੁਣ ਸਾਡੇ ਅੰਦਰ ਦੀ ਇਹ ਯਾਤਰਾ, ਜੋ ਵੈਦ ਸਾਡੇ ਅੰਦਰ ਬੈਠੇ, ਉੱਚੇ ਥਾਂ 'ਤੇ ਬੈਠੇ ਨਿਜ ਘਰ ਥਿਰ ਘਰ ਦੇ ਵਿੱਚ, ਹੁਣ ਉੱਥੇ ਜਾਣ ਵਾਸਤੇ ਉਹ ਵੈਦ ਕੋਲ ਸਾਨੂੰ ਫਿਰ ਇਹ ਸਿਮਰਨ ਜਿਹੜੇ ਸਾਧਨ ਅਪਣਾਉਣਾ ਪੈਂਦਾ। ਇਹ ਜਦੋਂ ਅਸੀਂ ਸਿਮਰਨ ਕਰਾਂਗੇ, ਸਿਮਰਨ ਕਰਦੇ ਕਰਦੇ ਅਸੀਂ ਫਿਰ ਉਹ ਵੈਦ ਤੱਕ ਪਹੁੰਚ ਸਕਦੇ ਹਾਂ, ਘਰ ਜਾ ਸਕਦੇ। ਜੇ ਅਸੀਂ ਸਿਮਰਨ ਨਹੀਂ ਕਰਾਂਗੇ ਫਿਰ ਅਸੀਂ ਉੱਥੇ ਜਾ ਨਹੀਂ ਸਕਦੇ, ਫਿਰ ਅਸੀਂ ਉੱਥੇ ਪਹੁੰਚ ਨਹੀਂ ਸਕਦੇ। ਤੇ ਜਦ ਤੱਕ ਅਸੀਂ ਪਹੁੰਚਾਂਗੇ ਨਹੀਂ, ਸਾਨੂੰ ਦਾਰੂ ਨਹੀਂ ਮਿਲੇ। ਇਸ ਵਾਸਤੇ ਫਿਰ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਇਸ ਕਰਕੇ ਕਰਦੇ ਹਾਂ ਵੀ ਤਾਂ ਕਿ ਅਸੀਂ ਆਪਣੇ ਘਰ ਚਲੇ ਜਾਈਏ, ਇੱਥੋਂ ਅਸੀਂ ਨਿਕਲ ਜਾਈਏ ਤ੍ਰੈ ਗੁਣਾਂ ਦੇ ਵਿੱਚੋਂ, ਵਿਚਾਰਾਂ ਚੋਂ। ਤੇ ਜਦੋਂ ਅਸੀਂ ਘਰ ਚਲੇ ਗਏ, ਘਰ ਦੇ ਵਿੱਚ ਫਿਰ ਉਹ ਵੈਦ ਸਤਿਗੁਰੂ ਬੈਠੇ, ਫਿਰ ਉੱਥੇ ਗਿਆਨ ਨੂੰ ਉਹ ਸਾਨੂੰ ਦਾਰੂ ਦਿੰਦੇ, ਸਾਡੇ ਮੁੱਖ 'ਚ ਪਾਉਂਦੇ ਨੇ। ਸੋ ਆਓ ਹੁਣ ਕਿਵੇਂ ਅਸੀਂ ਘਰ ਜਾਣਾ, ਕਿਵੇਂ ਅਸੀਂ ਇਹ ਸਾਧਨ ਅਪਣਾਉਣਾ, ਉਹਦੇ ਵਾਸਤੇ ਸਤਿਗੁਰੂ ਇਹ ਆਪਾਂ ਨੂੰ ਸਾਸਗਰਾ ਸਿਮਰਨ ਦੱਸਦੇ। ਜਿਉਂ-ਜਿਉਂ ਅਸੀਂ ਇਹ ਸਿਮਰਨ ਕਰਾਂਗੇ, ਕਰਦੇ ਜਾਵਾਂਗੇ, ਤੇ ਉਹਦੇ ਸਾਡੇ ਮਨ ਦੀ ਕਲਿਆਣ ਹੁੰਦੀ ਜਾਣੀ, ਤੇ ਉਹਦੇ ਸਾਨੂੰ ਸੁੱਖ ਮਿਲਦਾ ਜਾਣਾ, ਤੇ ਉਹਦੇ ਅਸੀਂ ਫਿਰ ਇਹ ਜਿਹੜਾ ਅੰਦਰ ਦੀ ਯਾਤਰਾ ਇਹ ਅਸੀਂ ਕਰਦੇ ਜਾਣਾ। ਤੇ ਫਿਰ ਅਸੀਂ ਗੁਣ ਗਾਉਂਦੇ ਗਾਉਂਦੇ, ਸਿਮਰਨ ਕਰਦੇ ਕਰਦੇ ਅਸੀਂ ਉਹ ਸਹਿਜ ਘਰ ਦੇ ਵਿੱਚ ਚਲੇ ਜਾਣਾ। ਉੱਥੇ ਜਾ ਕੇ ਅਸੀਂ ਆਸਣ ਲਾ ਲੈਣਾ। ਆਓ ਹੁਣ ਜੋ ਮਹਾਰਾਜ ਆਪਾਂ ਨੂੰ ਇਹ ਸਾਸਗਰਾ ਸਿਮਰਨ ਦੱਸਦੇ, ਸਾਰੇ ਗੁਰਮੁਖ ਪਿਆਰੇ ਆਪ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
का खालसा वाहिगुरु जी की फतेह। इस तरीके नाल गुरु को ये जदों आपां सिमरन करते हैं, ये आपां मालक दे गुण गाउने, इहदे नाल फिर साडे मन की कल्याण होंदी, सानूं सुख मिलता है। इस नूं मारे कहंदे कल्याण रूप मंगल गुण गान। भी जे साडे बहुत वड्डे भाग होण, चंगे भाग होण, फिर ये सानूं समा मिलता है। संगत रूप दे विच इकट्ठे हो के फिर असीं ये मालक दे गुण गाउने, परमात्मा जी फिर वाहिगुरू मंत्र नूं दृढ़ करदे। मारे फरमाउंदे जे वड भाग होवे अत नीका, तां गुर मंत्र नाम दृढ़ीचे। कि जे साडे भाग बहुत चंगे होण, फिर ये सानूं मालक किरपा करके समा बख्शिश करदे, सानूं सत्संगत बुलाते। फिर मारे कहंदे सत्संग तो बिना, साध संगत तो बिना होर असीं आपदी मत द्वारा किन्ने भी तरीके, किन्नियां भी जुगतियां वरत लीए, पर असीं वो धर्म नूं पा नहीं सकते, मालक नूं असीं धर्मी नहीं बन सकते। मारे फरमाउंदे काहू जुगत किते न पाईए धर्म, नानक तिस मिले जिस लिखिया तुम करम। बई आपदी मत द्वारा किसी जुगती, किसी तरीके द्वारा असीं धर्मी नहीं हो सकते, असीं मालक नूं मिल नहीं सकते। मिलदा कौन? जिहदा पिछला तुर कर्म, पिछला पूर्वला कर्म। जदों साडा पूर्वला कर्म अंकर प्रगट हुंदा ते फिर ही सानूं सत संगत मिलदी, साध संगत मिलदी है। इसलिए गुरु नानक देव जी महाराज कहते साध मिले पूरब संजोग। भी जे सानू साधु का संग होवे ते पूरबला साडा पिछला संजोग है, कोई पिछले जन्मां दा कोई साडा चंगा कर्म, कोई साडे मस्तक ते लेख ऐसा लिखिया भी सानू उहदा संग होए, ते फिर महाराज सच्चे पातशाह कहंदे असीं धर्मी बनदे। नहीं तां धर्म कोई ये नहीं बई सानू धर्म कोई ये दुविधा नहीं सिखाउंदा, कोई सानू वैर विरोध नहीं सिखाउंदा। जिवें जीव आपो अपनी मत द्वारा एक तां संसार दे विच असीं धर्म च वंडे, इहदा असीं आपदी मत द्वारा कुछ नियम बना लए। संसार दे विच जीवां ने भी जिहड़ा इन्हां नियमां च रहेगा वो धर्मी है, जिहड़ा नहीं है नियमां नूं मनदा वो धर्मी नहीं है। इसलिए वो फिर जीवां ने वक्खो वखरे आपदे धर्म बना के वक्खो वखरे नियम बनाए। जिवें जे कोई कहंदा मेरा इस्लाम धर्म है तो भी उन्हें सुन्नत कर ली, वो कहंदा भी मैं मेरा धर्म इस्लाम है। तो जे किसी ने होर जिवें इस शरीर दे विच कोई ना कोई फर्क पा लिया तो उन्हें वक्खो वखरा बना ली। ਆਪਾਂ ਕਹਿੰਦੇ ਹਾਂ ਵੀ ਅਸੀਂ ਸਰਦਾਰ ਹਾਂ, ਸਿੱਖ ਹਾਂ ਜੀ। ਤੇ ਇਸ ਤਰ੍ਹਾਂ ਇੱਕ ਤਾਂ ਹੈ ਇਹ ਧਰਮ, ਤੇ ਜੇ ਅਸੀਂ ਜੀਵਨ ਦੀ ਜੁਗਤ ਨਹੀਂ ਸਿੱਖੀ, ਜੇ ਅਸੀਂ ਸਤ ਸੰਗਤ ਨਹੀਂ ਕਰਦੇ, ਗੁਰੂ ਦੀ ਮੱਤ ਨਹੀਂ ਲਈ, ਫਿਰ ਅਸੀਂ ਧਰਮ ਦੇ ਨਾਂ ਤੇ ਲੜਾਂਗੇ, ਫਿਰ ਅਸੀਂ ਧਰਮ ਦੇ ਨਾਂ ਤੇ ਵੰਡੀਆਂ ਪਾਲਾਂਗੇ, ਫਿਰ ਅਸੀਂ ਵੈਰ ਵਿਰੋਧ ਦੇ ਵਿੱਚ ਚਲੇ ਜਾਵਾਂਗੇ, ਈਰਖਾ ਨਫ਼ਰਤ ਦੇ ਵਿੱਚ ਚਲੇ ਜਾਵਾਂਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਸਮਝਾਉਂਦੇ ਵੀ ਇਸ ਤਰ੍ਹਾਂ ਅਸੀਂ ਇਹ ਜੁਗਤੀਆਂ ਬਣ ਕੇ ਵਰਤ ਕੇ ਇਸ ਤਰ੍ਹਾਂ ਦੇ ਤਰੀਕੇ ਅਪਣਾ ਕੇ ਅਸੀਂ ਧਰਮੀ ਨਹੀਂ ਹੋ ਸਕਦੇ। ਧਰਮ ਮਹਾਰਾਜ ਦੱਸਦੇ ਵੀ ਸਭ ਤੋਂ ਸ੍ਰੇਸ਼ਟ ਕੀ ਹੈ, ਇਹ ਜਿਹੜਾ ਅਸੀਂ ਸਿਮਰਨ ਕਰਦੇ ਹਾਂ, ਮਾਲਕ ਦੇ ਗੁਣ ਗਾਉਂਦੇ ਹਾਂ, ਪਰਮਾਤਮਾ ਦੇ ਨਾਲ ਅਸੀਂ ਮਿਲਾਪ ਕਰ ਲਾਂਗੇ, ਇਹ ਸਭ ਤੋਂ ਵੱਡਾ ਸਾਡਾ ਫਿਰ ਧਰਮ ਹੈ, ਜਿਸ ਨੂੰ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਫਿਰ ਸਰਬ ਧਰਮ ਹੈ ਸ੍ਰੇਸ਼ਟ ਧਰਮ
हर को नाम जप निर्मल करना। बई तुसी परमात्मा का नाम जपो, ਉਹਦਾ सिमरन करो तो फिर तुसी धर्मी हो। ਜਿਹੜਾ ਜੀਵ ਹੁਣ सिमरन ਤਾਂ करता नहीं, ਉਹ धर्म कवे मैं बड़ा धर्मी हाँ, मैं धर्म की खातर जान दे दांगा, मैं ऐ कर दांगा, ਉਹ ਤਾਂ ਅਸੀਂ ਦੁਬਦਾ ਪਾਈ ਹੋਈ ਹੈ, ਉਹ ਤਾਂ ਅਸੀਂ बैर विरोध 'ਚ ਵੰਡੇ ਹੋਏ ਹਾਂ। ਧਰਮ ਸਾਨੂੰ ਕੋਈ ਇਹ ਨਹੀਂ ਸਿਖਾਉਂਦਾ ਵੀ ਤੁਸੀਂ ਦੂਸਰਿਆਂ ਨੂੰ ਮਾਰੋ, ਤੁਸੀਂ ਦੂਸਰਿਆਂ ਦੇ ਨਾਲ ਵੈਰ ਵਿਰੋਧ ਕਰੋ। ਕੋਈ ਵੀ ਧਰਮ ਇਹ ਨਹੀਂ ਸਿਖਾਉਂਦਾ। ਉਹ ਤਾਂ ਜਦੋਂ ਅਸੀਂ ਵੇਦਾਂ ਨੂੰ, ਸ਼ਾਸਤਰਾਂ ਨੂੰ ਜਾਂ ਗੁਰਬਾਣੀ ਗੁਰੂ ਨੂੰ ਅਸੀਂ ਪੜ੍ਹਦੇ ਨਹੀਂ, ਅਸੀਂ ਵਿਚਾਰਦੇ ਨਹੀਂ, ਅਸੀਂ ਮੰਨਦੇ ਨਹੀਂ ਇਹਨਾਂ ਦੀ, ਤੇ ਫਿਰ ਅਸੀਂ ਕਹਿੰਦੇ ਅਸੀਂ ਧਰਮੀ ਹਾਂ। ਤੇ ਮਹਾਰਾਜ ਕਹਿੰਦੇ ਬਈ ਤੁਸੀਂ ਫਿਰ ਵੇਦਾਂ ਨੂੰ ਝੂਠੇ ਨਾ ਕਰੋ, ਝੂਠੇ ਤੁਸੀਂ ਹੋ ਜਿਹੜੇ ਤੁਸੀਂ ਵਿਚਾਰਦੇ ਨਹੀਂ ਉਹਨਾਂ ਨੂੰ। ਮਹਾਰਾਜ ਕਹਿੰਦੇ ਵੇਦ ਕਤੇਵ ਕਹੋ ਮਤ ਝੂਠੇ, ਸੋ ਝੂਠਾ ਜੋ ਨਾਮ ਵਿਚਾਰੀ। ਬਈ ਇਹ ਕੋਈ ਵੇਦ ਜਾਂ ਧਾਰਮਿਕ ਗ੍ਰੰਥ ਇਹ ਝੂਠੇ ਨਹੀਂ, ਇਹ ਸਾਨੂੰ ਵੈਰ ਵਿਰੋਧ ਨਹੀਂ ਸਿਖਾਉਂਦੇ। ਬਈ ਝੂਠਾ ਉਹ ਹੈ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ, ਜਿਹੜਾ ਮੰਨਦਾ ਹੀ ਨਹੀਂ ਹੈ। ਉੱਦਾਂ ਕਹੀ ਜਾਣਗੇ ਅਸੀਂ ਧਰਮ ਦੇ ਨਾਂ 'ਤੇ ਲੜਦੇ ਹਾਂ ਤੇ ਵਿਚਾਰਦੇ ਨਹੀਂ ਵੀ ਸਾਨੂੰ ਧਰਮ ਸਿਖਾਉਂਦਾ ਕੀ, ਸਾਨੂੰ ਸਾਡੇ ਜਿਹੜੇ ਵੇਦ ਸ਼ਾਸਤਰ ਜਾਂ ਗੁਰਬਾਣੀ ਗੁਰੂ ਉਹ ਸਾਨੂੰ ਕੀ ਕਹਿੰਦੇ ਨੇ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਜੁਗਤੀਆਂ ਲਾ ਕੇ ਅਸੀਂ ਵੈਰ ਵਿਰੋਧ ਵਾਲੀਆਂ ਤੇ ਅਸੀਂ ਆਖੀਏ ਅਸੀਂ ਧਰਮੀ ਬਣ ਜਾਂਗੇ, ਅਸੀਂ ਧਰਮੀ ਨਹੀਂ ਬਣ ਸਕਦੇ। ਇਸ ਵਾਸਤੇ ਫਿਰ ਧਰਮੀ ਉਹ ਹੈ ਜਿਹੜਾ ਮਾਲਕ ਦੀ ਬੰਦਗੀ ਕਰਦਾ, ਜਿਹੜਾ ਸਿਮਰਨ ਕਰਦਾ, ਜਿਹੜਾ ਇਹ ਪ੍ਰੇਮ ਦੇ ਮਾਰਗ 'ਤੇ ਚੱਲਦਾ, ਉਹਨੂੰ ਕਹਿੰਦੇ ਧਰਮੀ ਹੈ। ਕਿਉਂਕਿ ਧਰਮ ਹੈ ਪਰਮਾਤਮਾ ਤੇ ਧਰਮ ਦੇ ਗੁਣ ਨੇ। ਜਿਵੇਂ ਸਤੋ ਗੁਣ ਦੇ ਵਿੱਚ ਇਹ ਦਇਆ, ਨਰਮਤਾਈ, ਸਹਿਣਸ਼ੀਲਤਾ, ਸਬਰ, ਸੰਤੋਖ, ਜਤ, ਸਤ ਇਹ ਗੁਣ ਨੇ ਸਾਡੇ ਧਰਮ ਦੇ। ਜਿਵੇਂ ਮਾਲਕ ਦੇ ਵਿੱਚ ਗੁਣ ਉਹ ਨਿਰਭਉ ਹੈ, ਨਿਰਵੈਰ ਹੈ, ਉਹ ਮਿੱਠਾ ਬੋਲਦਾ, ਕੌੜਾ ਉਸ ਨੂੰ ਬੋਲਣਾ ਨਹੀਂ ਆਉਂਦਾ, ਕਿਸੇ ਦੇ ਔਗਣ ਨਹੀਂ ਤੱਕਦਾ, ਔਗਣ ਦੇਖਦਾ ਨਹੀਂ, ਇਹ ਉਹਦੇ ਗੁਣ ਨੇ ਮਾਲਕ ਦੇ। ਜਦੋਂ ਅਸੀਂ ਪਰਮਾਤਮਾ ਦੀ ਭਗਤੀ ਕਰਾਂਗੇ ਉਹਦੇ ਗੁਣ ਸਾਡੇ ਵਿੱਚ ਆ ਜਾਣਗੇ। ਜਿਵੇਂ ਉਹ ਨਿਰਵੈਰ ਹੈ, ਉਹਨੂੰ ਕਿਸੇ ਦਾ ਭੈ ਨਹੀਂ, ਕਿਸੇ ਦਾ ਉਹਨੂੰ ਡਰ ਨਹੀਂ ਹੈ। ਸੋ ਇਸੇ ਤਰ੍ਹਾਂ ਹੀ ਫਿਰ ਜਿਹੜੇ ਭਗਤ ਹੁੰਦੇ ਉਹ ਵੀ ਨਿਰਵੈਰ ਹੋ ਜਾਂਦੇ। ਤਾਂਹੀਓ ਮਾਰੇ ਕਹਿੰਦੇ ਨਿਰਭਉ ਜਪੇ ਸਗਲ ਭਉ ਮਿਟੇ। ਸੋ ਇਸ ਵਾਸਤੇ ਜਦੋਂ ਗੁਣ ਸਾਡੇ 'ਚ ਆਉਣਗੇ ਫਿਰ ਅਸੀਂ ਕਹਿੰਦੇ ਵੀ ਅਸੀਂ ਧਰਮੀ। ਜਦ ਤੱਕ ਸਾਡੇ 'ਚੋਂ ਮਾਲਕ ਵਾਲੇ ਗੁਣ ਨਹੀਂ ਤੇ ਅਸੀਂ ਆਖੀਏ ਅਸੀਂ ਧਰਮੀ ਹਾਂ, ਫਿਰ ਅਸੀਂ ਧਰਮ ਦੇ ਨਾਂ 'ਤੇ ਲੜਾਂਗੇ। ਸੋ ਇਸ ਵਾਸਤੇ ਹੁਣ ਆਪਾਂ ਸਾਰਿਆਂ ਨੇ ਧਰਮੀ ਬਣਨਾ। ਉਹਦੇ ਵਾਸਤੇ ਫਿਰ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਖੋਜਣਾ, ਤਾਂ ਕਿ ਸਾਨੂੰ ਨਾਲ ਨਾਲ ਗਿਆਨ ਹੋ ਸਕੇ, ਸੋਝੀ ਹੋ ਸਕੇ, ਅਸੀਂ ਅਗਿਆਨਤਾ 'ਚ ਜਾ ਕੇ ਲੜੀਏ ਨਾ। ਅਤੇ ਵੱਧ ਤੋਂ ਵੱਧ ਆਪਾਂ ਸਤਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਕਿ ਜੋ ਆਪਣੇ ਜੀਵਨ ਦਾ ਮਨੋਰਥ ਪਰਮਾਤਮਾ ਨਿਰੰਕਾਰ ਨੂੰ ਮਿਲਣਾ, ਤੇ ਅਸੀਂ ਕਿਵੇਂ ਮਿਲ ਸਕਦੇ ਹਾਂ, ਉਹ ਹਰੇ ਪ੍ਰੇਮ ਦਾ ਮਾਰਗ। ਜੇ ਅਸੀਂ ਵੈਰ ਵਿਰੋਧ 'ਚ ਚਲੇ ਗਏ ਫਿਰ ਅਸੀਂ ਮਾਲਕ ਨੂੰ ਮਿਲਣਾ ਤਾਂ ਕੀ ਹੈ, ਫਿਰ ਸਾਨੂੰ ਇਹਦੀ ਸਗੋਂ ਦੀ ਸਜ਼ਾ ਮਿਲੇਗੀ। ਇਸ ਵਾਸਤੇ ਹੁਣ ਆਪਾਂ ਇਹ ਪ੍ਰੇਮ ਦੇ ਮਾਰਗ 'ਤੇ ਚੱਲਣਾ। ਇਹੋ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਫਰਮਾਉਂਦੇ, ਸਾਚ ਕਹੂੰ ਸੁਣ ਲਿਓ ਸਭੈ, ਜਨ ਪ੍ਰੇਮ ਕੀਓ ਤੈਨ ਹੀ ਪ੍ਰਾਪਾਇਓ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਾਂ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
वाहिगुरु जी का खालसा वाहिगुरु जी की फतेह।